ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਚੱਕਰ ਚਿਹਨ ਅਰ ਬਰਨ, ਜਾਤ ਅਰ ਪਾਤ ਨਹਿਨ ਜਿਹ। ਰੂਪ ਰੰਗ ਅਰ ਰੇਖ, ਭੇਖ ਕਉ ਕਹਿ ਨਾ ਸਕਤ ਕਿਹ। ਅਚਲ ਮੂਰਤ ਅਨੁਭਉ ਪ੍ਰਕਾਸ਼, ਅਮਿਤੋਜ ਕਹੀਜੈ। ਕੋਟ ਇੰਦਰ ਇੰਦਰਾਣ, ਸਾਹੋ ਸਾਹਾਣ ਗਣੀਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ, ਨੇਤ ਨੇਤ ਬਨ ਤ੍ਰਿਣ ਕਹਿਤ। ਤਵੈ ਸਰਬ ਨਾਮ ਕਥਾ ਕਵਨ, ਕਰਮ ਨਾਮ ਬਰਨਤ ਸੁਮਤ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੇ ਲੜੀਵਾਰ ਪ੍ਰਸੰਗ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਅਗਲੇ ਅਧਿਆਇ ਵਿੱਚ ਅੱਜ ਆਪਾਂ ਇੱਕ ਜੱਟ ਤੇ ਬਾਣੀਏ ਦਾ ਪ੍ਰਸੰਗ ਸਰਵਣ ਕਰਾਂਗੇ। ਆਓ ਬੜੇ ਪ੍ਰੇਮ ਨਾਲ ਇਹ ਪ੍ਰਸੰਗ ਸਰਵਣ ਕਰੀਏ। ਸੱਚੇ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਸ਼੍ਰੀ ਮੁਕਤਸਰ ਸਾਹਿਬ ਤੋਂ ਕਈ ਕੋਹ ਲੰਘ ਕੇ ਜੰਗਲ ਵਿੱਚ ਉਤਾਰਾ ਕਰ ਲਿਆ। ਇੱਕ ਬੇਰੀ ਦਾ ਵੱਡਾ ਦਰਖਤ ਖੜਾ ਸੀ, ਉਸ ਦੇ ਥੱਲੇ ਗੁਰੂ ਜੀ ਨੇ ਡੇਰਾ ਲਾ ਲਿਆ। ਇੱਕ ਰਾਤ ਉੱਥੇ ਰਹਿ ਕੇ ਬਤੀਤ ਕੀਤੀ। ਜਦ ਸਵੇਰ ਹੋ ਗਈ ਤਾਂ ਗੁਰੂ ਜੀ ਫਿਰ ਘੋੜੇ ਉੱਪਰ ਸਵਾਰ ਹੋ ਗਏ। ਕਈ ਕੋਹ ਚੱਲ ਕੇ ਗਏ, ਤਦ ਫਿਰ ਇੱਕ ਸਥਾਨ 'ਤੇ ਜਾ ਪਹੁੰਚੇ। ਉਸ ਸਮੇਂ ਵਜੀਦਪੁਰ ਪਿੰਡ ਵਿੱਚ ਸੈਨਾ ਸਮੇਤ ਤੰਬੂ ਲਾ ਲਏ। ਉਤਾਰਾ ਕਰਕੇ ਘੋੜੇ ਬੰਨ੍ਹ ਦਿੱਤੇ ਤੇ ਸਿੰਘ ਗੁਰੂ ਜੀ ਦੇ ਪਾਸ ਆ ਗਏ। ਹੇ ਸਤਿਗੁਰੂ ਜੀ, ਇੱਧਰ ਆਏ ਹਾਂ, ਇੱਥੇ ਕਸੂਰ ਦੇ ਥੱਲੇ ਆ ਪਹੁੰਚੇ ਹਾਂ। ਇੱਥੇ 22 ਨੌਬਤਾਂ ਵੱਜਦੀਆਂ ਹਨ। ਇੱਥੇ ਸਾਰੇ ਪਠਾਨ ਲੋਕ ਰਹਿੰਦੇ ਹਨ। ਇੱਥੇ 22 ਪਠਾਨ ਸਰਦਾਰ ਰਹਿੰਦੇ ਹਨ। ਸਾਰੀ ਪਠਾਨ ਸੈਨਾ ਇੱਥੇ ਵਸਦੀ ਹੈ। ਸਤਿਗੁਰੂ ਜੀ ਨੇ ਮੁਖ ਤੋਂ ਫਰਮਾਇਆ, ਤੁਰਕਾਂ ਦਾ ਤੇਜ ਭਵਿੱਖ ਵਿੱਚ ਦੂਰ ਕਰ ਦਿੱਤਾ ਹੈ। ਹੁਣ ਸਾਡੇ ਕਾਨੇ ਕਾਛੇ ਨੌਬਤਾਂ ਵੱਜਣਗੀਆਂ ਤੇ ਇੱਥੇ ਬਹੁਤ ਸਿੰਘ ਪ੍ਰਗਟ ਹੋਣਗੇ। ਕੁਝ ਦਿਨਾਂ ਵਿੱਚ ਇਹਨਾਂ ਦੇ ਵਿੱਚ ਸਾਡੀਆਂ ਬਹੁਤ ਨੌਬਤਾਂ ਵੱਜਣਗੀਆਂ। ਇਸ ਪ੍ਰਕਾਰ ਦੱਸਦੇ ਹੋਏ ਜਿਸ ਸਥਾਨ 'ਤੇ ਖੜੇ ਸਨ, ਉੱਥੇ ਇੱਕ ਤਿੱਤਰ ਬੋਲ ਰਿਹਾ ਸੀ। ਤਿੱਤਰ ਦੀ ਆਵਾਜ਼ ਸੁਣ ਕੇ ਕਿਰਪਾਲੂ ਸਤਿਗੁਰੂ ਜੀ ਨੇ ਕਿਹਾ, ਜਾਂ ਬੋਲਿਆ ਹੈ ਤਾਂ ਸਾਨੂੰ ਲੱਭ ਪਿਆ ਹੈ। ਫਿਰ ਸਤਿਗੁਰੂ ਜੀ ਘੋੜੇ 'ਤੇ ਸਵਾਰ ਹੋ ਗਏ ਤੇ ਉਸ ਪਾਸੇ ਬੜੀ ਤੇਜ਼ੀ ਨਾਲ ਚੱਲ ਪਏ। ਉਸ ਤਿੱਤਰ ਦੇ ਪਿੱਛੇ ਬਾਜ ਨੂੰ ਛੱਡਿਆ। ਬਾਜ ਨੇ ਨਾ ਹੀ ਝਪਟ ਮਾਰੀ ਅਤੇ ਨਾ ਹੀ ਉਸ ਤਿੱਤਰ ਨੂੰ ਮਾਰਿਆ। ਫਿਰ ਕਹਿ ਕੇ ਕੁੱਤੇ ਛੁਡਵਾਏ। ਉਹ ਤਿੱਤਰ ਨੂੰ ਵੇਖ ਕੇ ਪਿੱਛੇ ਦੌੜੇ। ਤਿੱਤਰ ਝਾੜੀਆਂ ਵਿੱਚ ਜਾ ਕੇ ਵੜ ਗਿਆ। ਫਿਰ ਝਾੜੀਆਂ ਵਿੱਚੋਂ ਕੱਢਿਆ ਤਾਂ ਉੱਡ ਗਿਆ। ਪਿੱਛੇ ਕਈ ਸਿੰਘਾਂ ਦੇ ਨਾਲ ਸਤਿਗੁਰੂ ਜੀ ਛੇਤੀ ਛੇਤੀ ਚਲੇ ਜਾ ਰਹੇ ਸਨ। ਤਿੱਤਰ ਨੇ ਫਿਰ ਬੜੀ ਛੇਤੀ ਕਰਕੇ ਉਡਾਰੀ ਮਾਰੀ। ਤਿੱਤਰ ਥੱਕ ਜਾਂਦਾ ਹੈ ਤਾਂ ਬਹੁਤ ਸੰਘਣੀਆਂ ਝਾੜੀਆਂ ਵੇਖ ਕੇ ਵਿੱਚ ਛੁਪ ਜਾਂਦਾ ਹੈ। ਜਦ ਬਹੁਤ ਵੇਖ ਕੇ ਖੋਜ ਕਰਦੇ ਸਨ ਤਾਂ ਫਿਰ ਨਿਕਲ ਕੇ ਉੱਡ ਕੇ ਚਲੇ ਜਾਂਦਾ ਸੀ। ਡਰ ਕੇ ਫਿਰ ਕੋਈ ਥਾਂ ਲੱਭ ਕੇ ਲੁਕ ਜਾਂਦਾ ਸੀ। ਗੁਰੂ ਜੀ ਨਾਲ ਜਿਹੜੇ ਸਿੰਘ ਸਨ, ਉਹ ਸਮੂਹ ਝਾੜੀਆਂ ਨੂੰ ਝਾੜਦੇ ਜਾਂਦੇ ਸਨ। ਕਈ ਕੋ ਇਸ ਪ੍ਰਕਾਰ ਚੱਲਦੇ ਗਏ। ਫਿਰ ਘੋੜੇ ਵੀ ਥੱਕ ਗਏ। ਬਹੁਤ ਯਤਨ ਕਰਕੇ ਜਾ ਕੇ ਤਿੱਤਰ ਨੂੰ ਫੜ ਲਿਆ। ਫਿਰ ਕਹਿ ਕੇ ਚੰਗੀ ਤਰ੍ਹਾਂ ਉਸ ਦੇ ਖੰਭ ਉਘਾੜੇ। ਫਿਰ ਤਿੱਤਰ ਨੂੰ ਬਾਜ ਦੇ ਅੱਗੇ ਛੁਡਵਾਇਆ ਤਾਂ ਬਾਜ ਜਿਉਂਦੇ ਤਿੱਤਰ ਨੂੰ ਹੀ ਖਾਣ ਲੱਗਾ। ਤੋੜ ਤੋੜ ਕੇ ਉਸ ਦਾ ਮਾਸ ਖਾਂਦਾ ਸੀ, ਖਾਈ ਜਾਂਦਾ ਸੀ ਤੇ ਤਿੱਤਰ ਨੂੰ ਬਹੁਤ ਕਸ਼ਟ ਦਿੰਦਾ ਸੀ। ਸਤਿਗੁਰੂ ਜੀ ਆਪਣੀ ਹਜ਼ੂਰੀ ਵਿੱਚ ਖੜੇ ਹੋ ਕੇ ਬਾਜ ਨੂੰ ਮਾਸ ਖਵਾਉਂਦੇ ਸਨ। ਮਾਸ ਦੀਆਂ ਬੋਟੀਆਂ ਭਰ ਭਰ ਕੇ ਖਾ ਰਿਹਾ ਸੀ। ਫਿਰ ਭਾਈ ਦਾਨ ਸਿੰਘ ਖੜਾ ਹੋ ਕੇ ਬੋਲਿਆ, ਹੇ ਸਤਿਗੁਰੂ ਜੀ, ਤੁਸੀਂ ਬੜੇ ਡਾਢੇ ਹੋ। ਆਪ ਜੀ ਨੂੰ ਕੋਈ ਵੀ ਕਿਸੇ ਤਰ੍ਹਾਂ ਕਹਿ ਨਹੀਂ ਸਕਦਾ ਹੈ ਜਿਵੇਂ ਹੁਣ ਤੁਸੀਂ ਡਾਢੀ ਕਿਰਤ ਕਰ ਰਹੇ ਹੋ। ਇਸ ਸਮੇਂ ਇੰਨੀ ਦੌੜ ਕੀਤੀ ਹੈ, ਕਿੱਥੇ ਸ਼ੇਰ ਨੂੰ ਵੇਖ ਕੇ ਸ਼ਿਕਾਰ ਮਾਰਿਆ ਹੈ। ਇੱਕ ਤਿੱਤਰ ਦੇ ਪਿੱਛੇ ਦੌੜੇ ਹਾਂ ਤੇ ਸਾਰੇ ਘੋੜਿਆਂ ਨੂੰ ਥਕਾ ਦਿੱਤਾ ਹੈ। ਜੇ ਸ਼ਿਕਾਰ ਦੀ ਚਾਹਤ ਕਰਦੇ ਤਾਂ ਅਨੇਕਾਂ
ਤਿੱਤਰ ਸਹੇ ਮਾਰ ਦੇ। ਸਤਿਗੁਰੂ ਜੀ ਨੇ ਉਸ ਨੂੰ ਕਹਿ ਕੇ ਸਮਝਾਇਆ, ਦਾਨ ਸਿੰਘ ਸੁਣੋ, ਜਿਵੇਂ ਮੈਂ ਇਸ ਨੂੰ ਮਾਰਿਆ ਹੈ। ਸ਼ਿਕਾਰ ਖੇਡਣ ਦੀ ਕੋਈ ਚਾਹ ਨਹੀਂ ਹੈ, ਇਸ ਤੱਕ ਹੀ ਸਾਡਾ ਕਾਰਜ ਸੀ। ਜਦ ਸਤਿਗੁਰੂ ਜੀ ਦੇ ਗੰਭੀਰ ਆਸ਼ੇ ਨੂੰ ਸੁਣਿਆ ਤਾਂ ਭਾਈ ਦਾਨ ਸਿੰਘ ਨੇ ਫਿਰ ਪੁੱਛਿਆ, ਹੇ ਸਤਿਗੁਰੂ ਜੀ, ਇਹ ਸਾਰਾ ਪ੍ਰਸੰਗ ਸੁਣਾਓ ਜਿਸ ਕਾਰਨ ਇੰਨੇ ਭੱਜੇ ਹਾਂ। ਸਤਿਗੁਰੂ ਜੀ ਨੇ ਕਿਹਾ, ਇਹ ਕਾਰਜ ਸੁਣੋ। ਇਹ ਤਿੱਤਰ ਜੱਟ ਹੈ ਤੇ ਬਾਣੀਆਂ ਬਾਜ ਹੈ। ਪਿਛਲੇ ਜਨਮ ਵਿੱਚ ਇਹ ਦੋਵੇਂ ਮਨੁੱਖ ਸਨ। ਜੱਟ ਨੇ ਬਾਣੀਏ ਪਾਸੋਂ ਕਰਜ਼ ਲਿਆ ਸੀ। ਫਿਰ ਇਹ ਜੱਟ ਕਿਸੇ ਹੋਰ ਪਿੰਡ ਜਾ ਵਸਿਆ। ਜਦ ਦਾਅ ਲੱਗਾ ਤਾਂ ਬਾਣੀਏ ਨੇ ਜੱਟ ਨੂੰ ਫੜ ਲਿਆ ਤੇ ਕਹਿਣ ਲੱਗਾ ਕਿ ਧਨ ਦੇਣ ਬਗੈਰ ਮੈਂ ਤੈਨੂੰ ਛੱਡਾਂਗਾ ਨਹੀਂ, ਮੇਰੇ ਨਾਲ ਤੂੰ ਧੋਖਾ ਕਰਕੇ ਚਲੇ ਗਿਆ ਹੈ। ਜੱਟ ਨੇ ਕਿਹਾ, ਇਸ ਵਾਰ ਛੱਡ ਦਿਓ, ਤੇਰਾ ਧਨ ਮੈਂ ਕੌਡੀ ਕੌਡੀ ਤੱਕ ਚੁਕਾ ਦਿਆਂਗਾ। ਇਹ ਸੁਣ ਕੇ ਬਾਣੀਏ ਨੇ ਕਿਹਾ, ਗਵਾਹੀ ਦਿਓ, ਛੁੱਟ ਕੇ ਚਲੇ ਜਾਓ ਤੇ ਆਪਣੇ ਘਰ ਦਾ ਰਾਹ ਲਵੋ। ਜੱਟ ਕਹਿਣ ਲੱਗਾ, ਮੇਰੀ ਕੌਣ ਗਵਾਹੀ ਭਰੇਗਾ? ਗੁਰੂ ਜੀ ਤੋਂ ਬਗੈਰ ਇਸ ਥਾਂ ਹੋਰ ਕਿਸੇ ਨੇ ਮੇਰੀ ਗਵਾਹੀ ਨਹੀਂ ਭਰਨੀ। ਇਹ ਸੁਣ ਕੇ ਬਾਣੀਏ ਨੇ ਕਿਹਾ ਕਿ ਧਰਮ ਰੱਖੋ ਤੇ ਗੁਰੂ ਜੀ ਨੂੰ ਹੀ ਗਵਾਹ ਬਣਾ ਲਓ। ਮੇਰੀ ਗਵਾਹੀ ਦੇ ਕੇ ਜੱਟ ਛੁੱਟ ਗਿਆ, ਧਨ ਨਹੀਂ ਦਿੱਤਾ। ਫਿਰ ਉਸ ਦੀ ਮੌਤ ਹੋ ਗਈ। ਇਸ ਬਾਜ ਨੂੰ ਪਿਛਲੇ ਜਨਮ ਦਾ ਗਿਆਨ ਹੋ ਗਿਆ ਹੈ। ਜਦ ਸਾਡੇ ਹੱਥ ਨੂੰ ਛੋਹ ਕੇ ਗਿਆ ਸੀ, ਇਸ ਕਰਕੇ ਇਸ ਨੇ ਜਾ ਕੇ ਤਿੱਤਰ ਨੂੰ ਨਹੀਂ ਮਾਰਿਆ। ਇਸ ਨੇ ਹਿਰਦੇ ਵਿੱਚ ਧਾਰਨ ਕੀਤਾ ਕਿ ਗਵਾਹ ਪਾਸੋਂ ਜਾ ਕੇ ਹਿਸਾਬ ਕਿਤਾਬ ਲਵੇਗਾ। ਹੁਣ ਅਸੀਂ ਆਪਣੀ ਗਵਾਹੀ ਲਾ ਦਿੱਤੀ ਹੈ, ਜਿਉਂਦਾ ਹੀ ਫੜ ਕੇ ਦਿੱਤਾ ਹੈ ਤੇ ਹੁਣ ਵੱਢ ਖਾਂਦਾ ਹੈ। ਇਹ ਸੁਣ ਕੇ ਭਾਈ ਦਾਨ ਸਿੰਘ ਨੇ ਹੱਥ ਜੋੜੇ ਤੇ ਸਤਿਗੁਰੂ ਜੀ ਦੇ ਚਰਨ ਵੇਖ ਕੇ ਉਹਨਾਂ ਉੱਪਰ ਢਹਿ ਪਿਆ। ਫਿਰ ਸਾਹਮਣੇ ਹੋ ਕੇ ਬੋਲਿਆ, ਹੇ ਸਤਿਗੁਰੂ ਜੀ, ਮੈਂ ਭੁੱਲ ਗਿਆ ਸੀ, ਮੈਨੂੰ ਆਪਣੀ ਆਗਿਆ ਅਨੁਸਾਰ ਦਾਸ ਜਾਣ ਕੇ ਬਖਸ਼ ਲਓ। ਸਤਿਗੁਰੂ ਜੀ ਨੇ ਕਿਹਾ, ਦਾਨ ਸਿੰਘ ਕਿਉਂ ਚਿੰਤਾ ਕਰਦਾ ਹੈ? ਉੱਤਰ ਹੀ ਤਾਂ ਤੂੰ ਪੁੱਛਿਆ ਸੀ। ਦਾਨ ਸਿੰਘ ਨੇ ਫਿਰ ਮੱਥਾ ਟੇਕਿਆ, ਤੁਹਾਡੀ ਇੱਕੋ ਇੱਕ ਖੁਸ਼ੀ ਚਾਹੁੰਦਾ ਹਾਂ। ਉੱਥੇ ਘੋੜਿਆਂ ਉੱਪਰ ਸਵਾਰ ਹੋ ਕੇ ਆਪਣੇ ਡੇਰੇ ਪਹੁੰਚ ਗਏ ਤੇ ਉਸ ਸਮੇਂ ਜਾ ਕੇ ਖਾਣ ਪਾਣ ਕੀਤਾ। ਰਾਤ ਬਤੀਤ ਕਰਕੇ ਸਤਿਗੁਰੂ ਜੀ ਨੇ ਸੌ 'ਚ ਇਸ਼ਨਾਨ ਕੀਤਾ। ਫਿਰ ਘੋੜਿਆਂ ਉੱਪਰ ਕਾਠੀਆਂ ਪਾ ਕੇ ਸਵਾਰ ਹੋ ਕੇ ਉੱਥੋਂ ਅੱਗੇ ਚੱਲ ਪਏ। ਸੋ ਸਾਧ ਸੰਗਤ ਜੀ, ਇੱਥੇ 14ਵੇਂ ਅਧਿਆਇ ਦੀ ਸਮਾਪਤੀ ਹੁੰਦੀ ਹੈ। ਪ੍ਰਸੰਗ ਸੁਣਾਉਂਦੇ ਹੋਏ ਹੋਈਆਂ ਅਨੇਕ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।